ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਤੱਕ ਆਪਾਂ 24 ਅਵਤਾਰਾਂ ਦੇ ਪਾਠ ਵਿੱਚ 20ਵੇਂ ਅਵਤਾਰ ਰਾਮ ਅਵਤਾਰ ਦੇ, ਜਿਸ ਦੇ ਕੁੱਲ ਪਦੇ 864 ਹਨ ਤੇ ਇਹਨਾਂ 864 ਵਿੱਚੋਂ ਲੜੀਵਾਰ 698 ਸਰਵਣ ਕਰ ਲਏ ਨੇ ਤੇ 699 ਤੋਂ ਅੱਜ ਆਪਾਂ ਅੱਗੇ ਸ਼ੁਰੂ ਕਰਦੇ ਹਾਂ। ਤੇ ਇਹ ਜਿਹੜਾ 699 ਸ਼ੁਰੂ ਹੈ, ਇਹ ਪਾਠ ਆਪਾਂ ਪਿੱਛੋਂ ਸ਼ੁਰੂ ਕੀਤਾ ਸੀ ਤੇ ਇਸ ਤੋਂ ਪਹਿਲਾਂ ਆਪਾਂ ਪੜ੍ਹ ਲਿਆ ਕਿ ਕੁਝ ਬ੍ਰਾਹਮਣ ਸ਼੍ਰੀ ਰਾਮਚੰਦਰ ਦੇ ਕੋਲ ਆਏ ਨੇ। ਸ਼੍ਰੀ ਰਾਮਚੰਦਰ ਉਹਨਾਂ ਦੇ ਪੈਰੀਂ ਪਏ ਨੇ, ਬੈਠਣ ਲਈ ਆਸਣ ਦਿੱਤਾ ਹੈ, ਉਹਨਾਂ ਤੋਂ ਚਰਨਾਮ੍ਰਿਤ ਲਿਆ ਹੈ, ਮੁਨੀਆਂ ਨੇ ਆਸ਼ੀਰਵਾਦ ਦਿੱਤਾ ਹੈ, ਵੱਡੀ ਗਿਆਨ ਚਰਚਾ ਹੋਈ ਹੈ ਤੇ ਬਹੁਤ ਜ਼ਿਆਦਾ ਹੋਈ ਹੈ, ਜਿਹਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਉਹ ਸਾਰੀ ਕਹਾਂ ਤਾਂ ਇੱਕ ਵੱਖਰਾ ਵੱਡਾ ਗ੍ਰੰਥ ਬਣ ਜਾਏਗਾ। ਫਿਰ ਲਿਖਿਆ ਕਿ ਬ੍ਰਾਹਮਣਾਂ ਨੂੰ ਵਿਦਾ ਕਰ ਦਿੱਤਾ। ਉਹ ਬਹੁਤ ਪ੍ਰਸੰਨ ਚਿੱਤ ਨਾਲ ਦੇਸਾਂ ਪ੍ਰਦੇਸਾਂ ਵੱਲ ਚਲੇ ਗਏ। ਅੱਗੇ ਸ਼ੁਰੂ ਹੁੰਦਾ ਹੈ 699 ਪਦਾ। ਇਹੀ ਬੀਚ ਆਇਓ ਮ੍ਰਿਤੰ ਸੂਨ ਵਿਪੰ। ਸੂਣ ਦਾ ਅਰਥ ਪੁੱਤਰ। ਇਸੇ ਸਮੇਂ ਵਿੱਚ ਇੱਕ ਬ੍ਰਾਹਮਣ ਆਇਆ ਜਿਸ ਦਾ ਪੁੱਤਰ ਮਰ ਚੁੱਕਿਆ ਸੀ। ਜੀਐ ਬਾਲ ਆਜੈ ਨਹੀਂ ਤੋਹੇ ਸਰਾਪੰ। ਉਸ ਨੇ ਆ ਕੇ ਕਿਹਾ, ਹੇ ਰਾਮ, ਜਾਂ ਤਾਂ ਮੇਰਾ ਬਾਲਕ ਅੱਜ ਹੀ ਜੀ ਪਏ, ਨਹੀਂ ਤਾਂ ਮੈਂ ਤੈਨੂੰ ਸਰਾਪ ਦਿੰਦਾ ਹਾਂ, ਕਿਉਂਕਿ ਤੇਰੇ ਦੋਸ਼ ਕਰਕੇ ਹੀ ਮਾਪਿਆਂ ਦੇ ਹੁੰਦਿਆਂ ਪੁੱਤਰ ਮਰਨ ਲੱਗ ਪਏ ਹਨ। ਇਹ ਅਰਥ ਬ੍ਰੈਕਟ ਵਿੱਚ ਕੀਤਾ ਹੋਇਆ। ਸਭੈ ਰਾਮ ਜਾਨੀ ਚਿਤੰ ਤਾਹੇ ਬਾਤਾ। ਰਾਮ ਨੇ ਉਸ ਦੀ ਸਾਰੀ ਗੱਲ ਚਿੱਤ ਵਿੱਚ ਜਾਣ ਲਈ। ਦਿਸੰ ਬਾਰਣੀ ਤੇ ਬਿਬਾਣੰ ਹਕਾਰਿਓ। ਅਤੇ ਪੱਛਮ ਦਿਸ਼ਾ ਤੋਂ ਵਿਮਾਨ ਮੰਗਵਾ ਲਿਆ। ਪਦਾ 700 ਹੈ ਅੱਗੇ। ਹੁਤੋ ਏਕ ਸ਼ੂਦਰੰ ਦਿਸ਼ਾ ਉੱਤਰ ਮਧੰ। ਕਾਰਨ ਇਹ ਸੀ ਕਿ ਉੱਤਰ ਦਿਸ਼ਾ ਵਿੱਚ ਇੱਕ ਸ਼ੂਦਰ ਰਹਿੰਦਾ ਸੀ। ਝੁਲੈ ਕੂਪ ਮਧੰ ਪਰਿਓ ਔਧੇ ਮੁਖੰ। ਜੋ ਮੂਧੇ ਮੂੰਹ ਖੂਹ ਵਿੱਚ ਲਟਕਿਆ ਹੋਇਆ ਸੀ। ਮਹਾ ਉਗਰ ਤੇਜਾ ਤਪੱਸਿਆਤ ਉਗਰੰ। ਉਹ ਮਹਾਨ ਤੇਜ ਵਾਲਾ ਬਹੁਤ ਭਾਰੀ ਤਪੱਸਿਆ ਕਰ ਰਿਹਾ ਸੀ। ਹਨਿਓ ਤਾਹੇ ਰਾਮੰ ਅਸੰ ਆਪ ਹਾਥੰ। ਸ਼੍ਰੀ ਰਾਮ ਨੇ ਆਪਣੇ ਹੱਥੀਂ ਤਲਵਾਰ ਨਾਲ ਉਸ ਨੂੰ ਮਾਰ ਦਿੱਤਾ। ਜੀਓ ਬ੍ਰਹਮ ਪੁੱਤਰੰ ਹਰਿਓ ਬ੍ਰਹਮ ਸੋਗੰ। ਸ਼ੂਦਰ ਦੇ ਮਰਦਿਆਂ ਹੀ ਬ੍ਰਾਹਮਣ ਦਾ ਪੁੱਤਰ ਜੀ ਪਿਆ ਅਤੇ ਬ੍ਰਾਹਮਣ ਦਾ ਸੋਗ ਖਤਮ ਹੋ ਗਿਆ। ਬਢੀ ਕੀਰਤ ਰਾਮੰ ਚਤੁਰ ਕੁੰਟ ਮਧੰ। ਇਸ ਕਰਮ ਦੇ ਫਲ ਸਰੂਪ ਰਾਮ ਦਾ ਯਸ਼ 4 ਕੁੰਟਾਂ ਵਿੱਚ ਵੱਧ ਗਿਆ। ਕਰਿਓ 10 ਸਹੰਸਰ ਲਉ ਰਾਜ ਔਧੰ। 10,000 ਵਰ੍ਹੇ ਤੱਕ ਅਯੁੱਧਿਆ ਉੱਤੇ ਸ਼੍ਰੀ ਰਾਮ ਨੇ ਰਾਜ ਕੀਤਾ। ਫਿਰੀ ਚੱਕਰ ਚਾਰੋ ਬਿਖੈ ਰਾਮ ਦੋਹੀ। 4 ਦਿਸ਼ਾਵਾਂ ਵਿੱਚ ਰਾਮ ਦੀ ਦੁਹਾਈ ਫਿਰ ਗਈ। ਇਹ ਇੱਥੇ 3 ਪਦਿਆਂ ਦੇ ਵਿੱਚ 699, 700 ਅਤੇ 701 ਵਿੱਚ ਕਾਫੀ ਸੰਖੇਪ ਨਾਲ ਲਿਖਿਆ ਹੋਇਆ ਹੈ ਤੇ ਮੈਂ ਇਸ ਦੇ ਹੀ ਅਰਥ ਸਤਿਕਾਰਯੋਗ ਡਾਕਟਰ ਜੋਤ ਸਿੰਘ ਜੀ, ਜਿਨ੍ਹਾਂ ਦਾ ਛਪਿਆ ਹੋਇਆ ਟੀਕਾ ਦੇਵਨਾਗਰੀ ਵਿੱਚ, ਹਿੰਦੀ ਵਿੱਚ ਕੀਤਾ ਹੋਇਆ, ਤੇ ਉਹਨਾਂ ਦੇ ਵੀ ਅਰਥ ਤਕਰੀਬਨ ਇਸੇ ਤਰ੍ਹਾਂ ਨੇ। ਮੂਲ ਪਾਠ ਤੋਂ ਬਿਨਾਂ ਦਾਸ ਅਰਥ ਪੜ੍ਹਦਾ ਹੈ। ਏਕ शूद्र उत्तर दिशा में कुएं के बीच औंधा लटका हुआ था और महान उग्र तप कर रहा था। राम ने अपने हाथों से उसका वध किया।
ब्राह्मण का पुत्र जीवित हो उठा और ब्राह्मण का शोक समाप्त हो गया। श्री राम की कीर्ति चारों दिशाओं में फैल गई। इस प्रकार चारों दिशाओं में राम की कीर्ति फैल गई तथा उन्होंने 10,000 वर्ष तक राज्य किया। ਤੇ ਇੱਕ ਦਿਨ ਦਾਸ ਕਿਸੇ ਕਾਰਜ ਲਈ ਪੜ੍ਹਦਾ ਪਿਆ ਸੀ ਤੇ ਪੜ੍ਹਦਿਆਂ ਕਿਉਂਕਿ ਇਹ ਦਾਸ ਨੇ ਪਹਿਲਾਂ ਵੀ ਥੋੜ੍ਹੀ ਜਿਹੀ ਸੁਣੀ ਸੀ ਕਿਸੇ ਥਾਂ ਤੋਂ, ਪਰ ਅੱਜ ਇਸ ਤਰ੍ਹਾਂ ਪਹਿਲੀ ਵਾਰ ਇੱਥੇ ਆਪਾਂ ਰਾਮ ਅਵਤਾਰ ਵਿੱਚ ਪੜ੍ਹਿਆ ਹੈ। ਤੇ ਦਾਸ ਨੇ ਜਿੱਥੋਂ ਇੱਕ ਹੋਰ ਥਾਂ ਤੋਂ ਇਹਦੇ ਬਾਰੇ ਥੋੜ੍ਹਾ ਪੜ੍ਹਿਆ ਸੀ ਆਨਲਾਈਨ, ਤੇ ਉਹਦੇ ਵਿੱਚ ਥੋੜ੍ਹਾ ਜਿਹਾ ਇਸ ਗੱਲ ਦਾ ਵਿਸਥਾਰ ਕੀਤਾ ਹੋਇਆ, ਕਿਉਂਕਿ ਇਹਦੇ ਵਿੱਚ ਇਸ ਪਾਠ ਵਿੱਚ ਇੰਨਾ ਹੀ ਲਿਖਿਆ ਹੋਇਆ ਕਿ ਸ਼ੂਦਰ ਤਪੱਸਿਆ ਕਰਦਾ ਪਿਆ ਸੀ ਤੇ ਬ੍ਰਾਹਮਣ ਦਾ ਪੁੱਤਰ ਮਰਿਆ, ਔਰ ਇਸੇ ਨੂੰ ਥੋੜ੍ਹੇ ਵਿਸਥਾਰ ਦੇ ਨਾਲ ਦਾਸ ਨੇ ਪੜ੍ਹਿਆ ਸੀ, ਜਿਹਦੇ ਵਿੱਚੋਂ ਇੱਕ ਹਿੰਦੂ ਮਿਥਿਹਾਸ ਕੋਸ਼ ਹੈ ਜਿਹੜਾ ਜੌਨ ਡੌਸਨ ਦਾ ਲਿਖਿਆ ਹੋਇਆ ਹੈ, ਜਿਸ ਦਾ ਅਨੁਵਾਦ ਰਜਿੰਦਰ ਸਿੰਘ ਸ਼ਾਸਤਰੀ ਨੇ 1963 ਵਿੱਚ ਕੀਤਾ, ਔਰ ਜਿਸ ਨੂੰ ਪੁਸਤਕ ਨੂੰ ਹਿੰਦੂ ਮਿਥਿਹਾਸ ਕੋਸ਼ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਪ੍ਰਕਾਸ਼ਿਤ ਕੀਤਾ ਹੈ। ਉੱਥੇ ਵੀ ਇਹ ਗੱਲ ਲਿਖੀ ਹੋਈ ਹੈ। ਉਸ ਪੁਸਤਕ ਦੇ ਪੰਨਾ 99 ਦੇ ਉੱਤੇ ਲਿਖਿਆ ਹੋਇਆ ਹੈ। ਜਿਹੜਾ ਇੱਥੇ ਨਾਮ ਨਹੀਂ ਦਿੱਤਾ, ਇਹਦਾ ਨਾਮ ਸ਼ੰਭੂਕ ਹੈ। ਉਸ ਪੁਸਤਕ ਦੇ ਸ਼ਬਦ ਨੇ, ਇੱਕ ਸ਼ੂਦਰ ਰਿਸ਼ੀ ਰਘੂਵੰਸ਼ ਵਿੱਚ ਲਿਖਿਆ ਹੈ, ਰਘੂਵੰਸ਼ ਗ੍ਰੰਥ ਦਾ ਨਾਮ ਹੈ, ਰਘੂਵੰਸ਼ ਵਿੱਚ ਲਿਖਿਆ ਹੈ ਕਿ ਇਸ ਨੇ ਆਪਣੇ ਜਾਤ ਦੇ ਵਿਰੁੱਧ ਸ਼ਾਸਤਰਾਂ ਦੀ ਆਗਿਆ ਦਾ ਨਾ ਪਾਲਣ ਕਰਦਿਆਂ ਹੋਇਆਂ ਬੜੀ ਕਠੋਰ ਤਪੱਸਿਆ ਕੀਤੀ ਸੀ। ਇਸੇ ਲਈ ਇਸ ਦੀ ਮੌਤ ਰਾਮ ਦੇ ਹੱਥੋਂ ਹੋਈ। ਕਿਉਂਕਿ ਇੱਥੇ ਇੰਨਾ ਹੀ ਲਿਖਿਆ ਕਿ ਉਹਦੇ ਕਰਕੇ ਮੇਰਾ ਪੁੱਤਰ ਜਿਹੜਾ ਬ੍ਰਾਹਮਣ ਕਹਿੰਦਾ ਹੈ ਮਰਿਆ ਹੈ, ਤੇ ਇੰਨਾ ਵੀ ਸੰਖੇਪ ਹੀ ਲਿਖਿਆ। ਤੇ ਰਘੁਵੰਸ਼ ਤੋਂ ਬਿਨਾਂ ਦਾਸ ਨੇ ਜਿਹੜੇ 18 ਪੁਰਾਣ ਨੇ, ਉਹਨਾਂ ਵਿੱਚੋਂ ਇੱਕ ਪੁਰਾਣ ਦਾ ਨਾਮ ਹੈ ਪਦਮ ਪੁਰਾਣ। ਮੇਰੇ ਸਾਹਮਣੇ ਹੁਣ ਉਹ ਪੇਜ ਖੁੱਲਿਆ ਹੋਇਆ, ਪਦਮ ਪੁਰਾਣ। ਤੁਸੀਂ ਆਨਲਾਈਨ ਇੰਨਾ ਪਾਓਗੇ ਨਾ ਕਿ ਵੇਦ ਪੁਰਾਣ, ਤੇ ਉੱਥੇ ਤੀਜੇ ਚੌਥੇ ਥਾਂ ਤੇ ਆ ਜਾਏਗਾ ਕਿ ਹਿੰਦੀ ਵਿੱਚ PDF ਫਾਈਲ ਜਿਹੜੀ ਹੈ ਉਹ ਡਾਊਨਲੋਡ ਕਰੋ, ਤੇ ਤੁਸੀਂ ਪਦਮ ਪੁਰਾਣ ਨੂੰ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ। ਤੇ ਉਸ ਪਦਮ ਪੁਰਾਣ ਦੇ 114 ਪੰਨੇ ਦੇ ਉੱਤੇ ਹੈਡਿੰਗ ਲਿਖਿਆ ਹੋਇਆ, ਸ਼੍ਰੀ ਰਾਮ ਕੇ ਦੁਆਰਾ शंबूक का वध और मरे हुए ब्राह्मण बालक को जीवन की प्राप्ति। ਤੇ ਉੱਥੇ ਇਹ ਦੱਸਿਆ ਹੋਇਆ ਕਿ ਕਿਸ ਤਰ੍ਹਾਂ ਰਾਮਚੰਦਰ ਜੀ ਨੇ ਇਹ ਕੀਤਾ। ਤੇ ਉਹਦੇ पन्ना 115 ਤੇ ਇਸ ਤਰ੍ਹਾਂ ਲਿਖਿਆ ਹੋਇਆ, ऐसा विचार कर महात्मा रघुनाथ जी पुनः प्रजा पालन में लग गए। ਜਿਹੜੀ ਪਹਿਲਾਂ ਵਿਚਾਰ ਚੱਲ ਰਹੀ ਸੀ, ਅੱਗੇ ਲਿਖਿਆ, एक दिन एक बूढ़ा ब्राह्मण जो उसी प्रांत का रहने वाला था अपने मरे हुए पुत्र को लेकर राज द्वार पर आया और इस प्रकार कहने लगा, अपने पुत्र ਨੂੰ संबोधन करके, बेटा मैंने पूर्व जन्म में ऐसा कौन सा पाप किया है जिससे तुझ इकलौते पुत्र को आज मैं मौत के मुख में पड़ा देख रहा हूं। आगे लिखिए, निश्चय ही यह महाराज श्री राम का ही दोष है। रामचंद्र जी का की दोष है कि जिसके कारण तेरी मृत्यु इतनी जल्दी होगी है। अगे दोष लिखिए, पर नाल संबोधन किया, रघुनंदन अब मैं भी स्त्री सहित प्राण त्याग दूंगा, फिर आपको बाल हत्या, ब्रह्म हत्या और स्त्री हत्या 3 पाप लगेंगे। रघुनाथ जी ने उस ब्राह्मण की दुख और शोक से भरी सारी बात सुनी, फिर उसे चुप कराकर महर्षि वशिष्ठ से पूछा, गुरुदेव ऐसी अवस्था में इस अवसर पर मुझे क्या करना चाहिए? इस ब्राह्मण की कही हुई बात सुनकर मैं किस प्रकार अपने दोष का मार्जन करूं, कैसे इस बालक को जीवन दान दूं?
इतने में ही देव ऋषि नारद वहां आ पहुंचे। वे वशिष्ठ के सामने खड़े हो अन्य ऋषियों के समीप महाराज श्री राम से बोले, रघुनंदन, इस बालक की जिस प्रकार अकाल मृत्यु हुई है उसका कारण बताता हूं, सुनिए। ही है, पहले युग में सब और ब्राह्मणों की प्रधानता थी। नारद कह रहे हैं कि पहला ब्राह्मण ही सतयुग ਦੇ ਵਿੱਚ ਤਪੱਸਿਆ ਕਰਦਾ ਸੀ, ਲੋਕੀ लंबी उम्र भोगते सी। फिर त्रेता युग आने पर ब्राह्मण और क्षत्रिय दोनों की प्रधानता थी कि दोवें तप ਵਿੱਚ प्रवृत्त हो सकते सी। उस तो बाद फिर समा आया ਜਿਹਦੇ ਵਿੱਚ वैश्य लोग ने, ਉਹਨਾਂ ਨੂੰ भी अधिकार मिलिया। पर इन तीनों युगों में शूद्र जाति का मनुष्य तपस्या नहीं कर सकता। जैसे सतयुग, त्रेता ते द्वापर, इन तीनों युगों में शूद्र जाति का मनुष्य तपस्या नहीं कर सकता। केवल कलयुग में शूद्र जाति को भी तपस्या का अधिकार होगा। राजन, इस समय आपके राज्य के सीमा पर एक खोटी बुद्धि वाला शूद्र अत्यंत कठोर तपस्या कर रहा है। उसी के शास्त्र विरुद्ध आचरण के प्रभाव से इस बालक की मृत्यु हुई है। राजा के राज्य या नगर में जो कोई भी अधर्म अथवा अनुचित कर्म करता है उसके पाप का चतुर्थांश, पाप के चौथा हिस्सा राजा के हिस्से में आता है। तो अगे जाके फिर थोड़ा पा के ते रामचंद्र जिहड़ा है उन्हें उसे वेले पुष्प जड़ा भी मान मंगाया है ते लिखा हुआ लक्ष्मण और भरत को नगर का भार सौंपकर दक्षिण दिशा की ओर चल दिया। एक पर्वत के दक्षिण किनारे बहुत बड़ा तालाब दिखाई दिया। रघुनाथ जी ने देखा उस सरोवर के तट पर एक तपस्वी नीचा मुंह किए लटक रहा है और बड़ी कठोर तपस्या कर रहा है। भगवान श्री राम उस तपस्वी के पास जाकर बोले, बड़े ध्यान वाले शब्द हैं, तापस, मैं दशरथ का पुत्र राम हूं और कौतूहलवश भाव के जल्दी जल्दी तुमसे एक प्रश्न पूछता हूं। मैं यह जानना चाहता हूं तुम किस लिए तपस्या करते हो, ठीक ठीक बताओ। तुम ब्राह्मण हो या दुर्जय क्षत्रिय, तीसरे वर्ण में उत्पन्न वैश्य हो या शूद्र। तपस्या सत्य स्वरूप और नित्य है। अगे लिखिया होया कि तपस्या कादे लई कीती जांदी है ते तू कादे लई तपस्या जिहड़ी है वो कर रहा है। तुम्हारा भाव लिखिया होया कि तुम्हारा भाव असुर जान पड़ता है तथा मुझे ऐसा प्रतीत होता कि तुम द्विज नहीं हो। ते रघुनाथ दे वो वचन सुन के लिखिया होया है, अन्यास ही महान कर्म करने वाले श्री रघुनाथ जी के उपरोक्त प्रवचन सुनकर नीचे मस्तक करके लटका हुआ शूद्र उसी अवस्था में बोला, नृप श्रेष्ठ, आपका स्वागत है। रघुनंदन, चिरकाल के बाद मुझे आपका दर्शन हुआ है। मैं आपके पुत्र के समान हूं। ए पद्म पुराण दे अर्थ लिखे हुए, मैं आपके पुत्र के समान हूं। आप मेरे लिए पिता के तुल्य हैं, क्योंकि राजा तो सभी के पिता होते हैं। महाराज, आप हमारे पूजनीय हैं। हम आपके राज्य में तपस्या करते हैं, उसमें आपका भी भाग है। विधाता ने पहले से ही ऐसी व्यवस्था कर दी है। राजन, आप धन्य हैं जिनके राज्य में तपस्वी लोग इस प्रकार सिद्धि की इच्छा रखते हैं। मैं शूद्र योनि में उत्पन्न हुआ हूं और कठोर तपस्या में लगा हुआ हूं। पृथ्वीनाथ, मैं झूठ नहीं बोलता, क्योंकि मुझे देवलोक प्राप्त करने की इच्छा है। मैं झूठ नहीं बोलता
क्योंकि मुझे देवलोक प्राप्त करने की इच्छा है। मेरा नाम शंबूक है। वह इस प्रकार बातें कर ही रहा था कि श्री रघुनाथ जी ने म्यान से चमचमाती हुई तलवार निकाली और उसका उज्जवल मस्तक धड़ से अलग कर दिया। उस शूद्र के मारे जाने पर इंद्र और अग्नि आदि देवता साधु साधु कहकर श्री रामचंद्र जी की बारंबार प्रशंसा करने लगी। आकाश से श्री रामचंद्र जी के ऊपर वायु देवता के छोड़े हुए दिव्य फूलों की सुगंध भरी जड़ी है वर्षा होने लगी। जिस क्षण यह शूद्र मारा गया ठीक उसी समय वह बालक जी उठा। इथे जो लिखिया होया पदा 699 700 ਅਤੇ 701 ਵਿੱਚ ਇਹ ਸੰਖੇਪ ਔਰ ਇਹਦਾ ਥੋੜਾ ਵਿਸਥਾਰ ਆਪਾਂ ਇਹਨਾਂ ਦੋ ਪੁਸਤਕਾਂ ਦੇ ਵਿੱਚੋਂ ਪੜਿਆ ਹੈ। ਤੇ ਇੱਕ ਮੈਂ ਆਪ ਜੀ ਨੂੰ ਥੋੜੀ ਹੋਰ ਸਾਂਝ ਇਸ ਪੰਕਤੀ ਜੋ ਪਦਾ ਨੰਬਰ 701 ਹੈ ਉਹਦੇ ਵਿੱਚ ਲਿਖਿਆ ਹੋਇਆ ਹੈ, ਕਰਿਓ 10 ਸਹੰਸਰ ਲੋ ਰਾਜ ਔਧੰ। 10,000 ਵਰੇ ਤੱਕ ਅਯੁੱਧਿਆ ਉੱਤੇ ਸ਼੍ਰੀ ਰਾਮਚੰਦਰ ਨੇ ਰਾਜ ਕੀਤਾ। 10,000 ਸਾਲ। डॉक्टर जोत सिंह जी ने भी इस पंक्ति का यह अर्थ किया है, तथा उन्होंने 10,000 वर्ष तक राज्य किया। ते दास दे कोल एक होर पुस्तक है, ਉਹਦੇ ਕਰਤਾ ਨੇ बड़ी मेहनत की है ते उसनूं करनाटक यूनिवर्सिटी ने ना उस पुस्तक का एक हिस्सा डिस्कवरी ऑफ लंका ऑफ रावणा ਇਹ ਇੱਕ ਮੈਗਜ਼ੀਨ ਵਿੱਚ ਉਹਨਾਂ ਨੇ ਇਹਦਾ ਹਿੱਸਾ ਛਾਪਿਆ ਸੀ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਕਹਿ ਲਓ ਕਿ ਮੈਂ ਵਿਸਥਾਰ ਸ਼ਬਦ ਨਹੀਂ ਕਹਿ ਸਕਦਾ, ਪਰ ਮੈਂ ਡੀਪਲੀ ਲਫ਼ਜ਼ ਕਹਿ ਸਕਦਾ ਕਿ ਬਹੁਤ ਡੀਪਲੀ ਉਹਦੇ ਵਿੱਚ ਪੁਰਾਤਨ ਇਤਿਹਾਸ ਨੂੰ ਲਿਖਿਆ ਹੋਇਆ। ਤੇ ਸ਼੍ਰੀ ਰਾਮਚੰਦਰ ਦੇ ਜੀਵਨ ਬਾਰੇ, ਦਸ਼ਰਥ ਦੇ ਜੀਵਨ ਬਾਰੇ, ਕਿਉਂਕਿ ਇਸ ਕਿਤਾਬ ਦੇ ਕਰਤਾ ਦਾ ਅਸਲ 'ਚ ਮੁੱਖ ਵਿਸ਼ਾ ਸੀ ਡਿਸਕਵਰੀ ਆਫ ਲੰਕਾ ਆਫ ਰਾਵਣਾ, ਤੇ ਉਹਦੇ ਦਰਮਿਆਨ ਵਿੱਚ ਉਹਨਾਂ ਨੇ ਕਾਫੀ ਖੋਜ ਕੀਤੀ, ਸਾਰੇ ਰਾਜਿਆਂ ਦਾ ਜਿਹੜਾ ਸੀ ਉਹ ਜੀਵਨ ਕਾਲ ਲੱਭਣ ਦੀ ਕੋਸ਼ਿਸ਼ ਕੀਤੀ। ਤੇ ਉਹਦੇ ਅਨੁਸਾਰ ਪੁਸਤਕ ਜਿਹੜੀ JP ਮਿੱਤਲ ਦੀ ਲਿਖੀ ਹੋਈ ਹੈ ਉਹਦੇ ਪੰਨਾ 250 ਦੇ ਉੱਤੇ ਅਗਲਾ ਪੰਨਾ 251 ਹੈ, ਉੱਥੇ ਇਸ ਘਟਨਾ ਦਾ ਵੀ ਵਰਣਨ ਕੀਤਾ ਹੋਇਆ ਹੈ ਔਰ ਤਕਰੀਬਨ ਉਹਦੇ ਅਰਥ ਇਹੋ ਹੀ ਨੇ। ਮਰਡਰ ਆਫ ਸ਼ੰਭੂਕਾ ਪੰਨਾ 251 ਉੱਤੇ ਹੈ। ਬ੍ਰਾਹਮਣ ਵਿਦ ਦਾ ਡੈਡ ਬੋਡੀ ਆਫ ਹਿਜ਼ ਸਨ ਇੱਕ ਪੈਰਾ ਹੈ। ਨਾਰਦਾ ਸੈਕਿੰਡ ਐਡਵਾਈਸ ਤੇ ਅੱਗੇ ਲਿਖਿਆ ਸੂਦਰਾ ਟੀਚਿੰਗ ਦਾ ਵੇਦਾਸ ਇੱਕ ਹੀ ਪੈਰਾ ਹੈ। ਤੇ ਅੱਗੇ ਇਸ ਸੰਬੰਧੀ ਜਿਹੜਾ ਪੈਰਾ ਹੈ ਆਖਰੀ ਸ਼੍ਰੀ ਰਾਮਾ ਕਿਲਸ ਦਾ ਸੂਦਰਾ, ਔਰ ਉਹਦੇ ਵਿੱਚ ਵੀ ਇਸੇ ਤਰ੍ਹਾਂ ਵਰਡਿੰਗ ਸਾਰੀ ਹੂ ਬਹੂ ਕੀਤੀ ਹੋਈ ਹੈ। ਓ ਕਿੰਗ ਯੂ ਆਰ ਵੈਲਕਮ ਰਘੁਨੰਦਨ, I have been lucky to see you after a long time. I am like your son and you are like my father. ਇਸ ਤਰ੍ਹਾਂ ਉੱਥੇ ਲਿਖਿਆ ਹੋਇਆ ਹੈ ਤੇ ਲਾਸਟ ਵਿੱਚ ਲਿਖਿਆ ਹੋਇਆ ਹੈ I was born in Sudra caste. I teach the Vedas and do penance. O Lord of earth, I do not tell a lie because I have a desire to go to heaven. My name is Shambhuka. ਤਾਂ ਉੱਥੇ ਇਹਦਾ ਮਰਡਰ ਹੋਇਆ। ਤੇ ਜਿਹੜੀ ਇੱਕ ਆਹ ਗੱਲ ਸੀ ਇਹਦੇ ਰਾਮਚੰਦਰ ਦੇ ਜੀਵਨ ਕਾਲ ਦੀ, ਤਾਂ ਉਸ ਪੁਸਤਕ ਦੇ ਅਨੁਸਾਰ ਰਾਮਚੰਦਰ ਦਾ ਜੋ ਸਮਾਂ ਹੈ ਉਹ ਤਕਰੀਬਨ 4280 BC ਹੈ। 2000 ਇਹ ਜੋੜ ਲਈਏ ਤੇ ਇਹ ਤਕਰੀਬਨ ਬਣਦਾ ਹੈ ਕਿ ਤਕਰੀਬਨ 6300 ਸਾਲ ਪਹਿਲਾਂ ਅੱਜ ਤੋਂ ਸ਼੍ਰੀ ਰਾਮਚੰਦਰ ਹੋਇਆ। ਤੇ
ਉਹਦੇ ਵਿੱਚ ਇਹ ਲਿਖਿਆ ਹੋਇਆ he was about 32 years of age when his coronation took place। ਸ਼੍ਰੀ ਰਾਮਚੰਦਰ ਦੀ 32 ਸਾਲ ਦੀ ਉਮਰ ਸੀ ਜਦੋਂ ਉਹ ਤਖਤ ਉੱਤੇ ਬੈਠਾ। ਤੇ ਅੱਗੇ ਜਾ ਕੇ ਫਿਰ ਲਿਖਿਆ ਹੋਇਆ ਪੁਸਤਕ ਦੇ ਪੰਨਾ ਨੰਬਰ 261 ਉੱਤੇ ਸ਼੍ਰੀ ਰਾਮਾ ਰੂਲਡ ਓਵਰ ਅਯੁੱਧਿਆ ਫਾਰ 30 years ਕਿ ਰਾਮਚੰਦਰ ਨੇ ਅਯੁੱਧਿਆ ਉੱਤੇ 30 ਸਾਲ ਰਾਜ ਕੀਤਾ ਹੈ। ਨਾਓ ਹੀ ਵਾਜ਼ ਅਬਾਊਟ 62 years of age। ਹੁਣ ਉਹ ਤਕਰੀਬਨ 62 ਸਾਲ ਦਾ ਹੈ, ਜਿੱਥੇ ਜਾ ਕੇ ਡੈਥ ਆਫ ਸ਼੍ਰੀ ਰਾਮਾ ਉਸ ਪੁਸਤਕ 'ਚ ਲਿਖਿਆ ਹੋਇਆ। ਤੇ ਆਪਾਂ ਇੱਥੇ ਪੜ੍ਹਿਆ ਹੈ ਕਿਉਂਕਿ ਪੁਰਾਣਕ ਜਿਹੜੇ ਗ੍ਰੰਥ ਨੇ ਉਹਨਾਂ ਵਿੱਚ ਬਹੁਤ ਕੁਝ ਇਸ ਤਰ੍ਹਾਂ ਮਤਲਬ ਲਿਖਿਆ ਹੋਇਆ ਹੈ, ਮਤਲਬ ਲੰਮੀਆਂ ਲੰਮੀਆਂ ਉਮਰਾਂ। ਤੇ ਇੱਥੇ ਵੀ ਇਸ ਪਦੇ ਦੇ ਵਿੱਚ 10,000 ਵਰਸ਼ਾਂ ਤੱਕ ਲਿਖਿਆ ਹੋਇਆ ਹੈ। ਤੇ ਇਸ ਪੁਸਤਕ ਵਿੱਚ ਦਾਸ ਨੇ ਜੋ ਪੜ੍ਹਿਆ ਹੈ ਵੀ ਉਸ ਰਾਮਚੰਦਰ ਨੇ ਸਿਰਫ 30 ਸਾਲ ਰਾਜ ਕੀਤਾ ਹੈ। ਤੇ ਅੱਜ ਆਪਾਂ ਇੱਥੇ ਜਿਹੜਾ ਹੈ ਉਹ ਇਸ ਪੁਸਤਕ ਦੀ ਜਿਹੜੀ ਹੈ ਉਹ ਇਸ ਪਾਠ ਦੀ ਸਮਾਪਤੀ ਕਰਦੇ ਹਾਂ। ਰਾਮ ਅਵਤਾਰ ਦੇ ਅੰਦਰ ਆਪਾਂ 701 ਪਦੇ ਤੱਕ ਜਿਹੜਾ ਹੈ ਉਹ ਪਾਠ ਕੀਤਾ ਹੈ ਕਿ ਕਰਿਓ 10 ਸਹੰਸਰ ਲੋ ਰਾਜ ਔਧਨ ਫਿਰੀ ਚੱਕਰ ਚਾਰੋ ਬਿਖੈ ਰਾਮ ਦੋਹੀ ਕਿ 10,000 ਵਰ੍ਹੇ ਤੱਕ ਅਯੁੱਧਿਆ ਉੱਤੇ ਸ਼੍ਰੀ ਰਾਮ ਨੇ ਰਾਜ ਕੀਤਾ ਤੇ ਚੌਹਾਂ ਦਿਸ਼ਾਵਾਂ ਵਿੱਚ ਰਾਮ ਦੀ ਦੁਹਾਈ ਫਿਰ ਗਈ। ਇੱਥੇ ਸਮਾਪਤੀ ਕਰਦੇ ਹਾਂ। ਇਸ ਤੋਂ ਅੱਗੇ 702 ਤੋਂ ਫਿਰ ਆਪਾਂ ਸ਼ੁਰੂ ਕਰਾਂਗੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।